Hello everyone, welcome back to my channel. This is Parneet. I hope you all are doing good. So today in this video lesson we are going to discuss writing module. Yes, writing module ਦੇ ਬਾਰੇ ਆਪਾਂ ਗੱਲ ਕਰਾਂਗੇ about essay writing. ਹੁਣ essay writing ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ difficulties ਆਉਂਦੀਆਂ ਨੇ. It's quite a challenging task for all of you, ਹੈ ਨਾ? ਜਦੋਂ ਅਸੀਂ start ਕਰਦੇ ਹਾਂ ਜਾਂ ਫਿਰ ਲਿਖਦੇ ਵੀ ਹਾਂ ਜਦੋਂ ਵੀ ਉਦੋਂ ਸਾਨੂੰ ਰਾਈਟਿੰਗ ਥੋੜਾ ਚੈਲੰਜਿੰਗ ਲੱਗਦਾ ਬਿਕਾਜ਼ देयर आर डिफरेंट ਐਸਪੈਕਟਸ ਸਾਨੂੰ ਬਹੁਤ ਜ਼ਿਆਦਾ ਚੀਜ਼ਾਂ ਜਿਨ੍ਹਾਂ ਦਾ ਧਿਆਨ ਰੱਖਣਾ ਪੈਂਦਾ ਅਬਾਊਟ ਅ ਮਾਰਕਿੰਗ ਕ੍ਰਾਈਟੇਰੀਆ ਕੀ ਚੀਜ਼ਾਂ ਇਨਵੋਲਵ ਨੇ ਹੈ ਨਾ ਰਾਈਟਿੰਗ ਸਟਾਈਲ ਕਿਸ ਤਰ੍ਹਾਂ ਦਾ ਹੈ ਔਰ ਉਹਦੇ ਵਿੱਚ ਹੋਰ ਕੀ ਚੀਜ਼ਾਂ ਅਸੀਂ ਇਨਵੋਲਵ ਕਰੀਏ ਸੋ ਦੈਟ ਸਾਡੀ ਰਾਈਟਿੰਗ ਇੰਪਰੋਵਾਈਜ਼ ਹੋ ਸਕੇ So today in this video lesson we are going to discuss about the introduction. Yes, introduction ਨੂੰ ਹੁਣ ਅਸੀਂ impressive and effective ਕਿਸ ਤਰ੍ਹਾਂ ਲਿਖੀਏ ਉਹ ਆਪਾਂ ਡਿਸਕਸ ਕਰਨ ਵਾਲੇ ਹਾਂ second main thing is we are going to discuss how to write an effective thesis. Yes, when it comes to thesis ਨਾ ਬਹੁਤ ਜ਼ਿਆਦਾ ਲੋਕ ਬਹੁਤ ਜ਼ਿਆਦਾ ਸਟੂਡੈਂਟਸ ਕੀ ਹੋ ਜਾਂਦੇ ਨੇ ਕਨਫਿਊਜ਼ ਹੋ ਜਾਂਦੇ ਨੇ ਉਹਨਾਂ ਨੂੰ thesis ਲਿਖਣਾ ਨਹੀਂ ਆਉਂਦਾ ਦੇਖੋ if you are an academic student ਫਿਰ ਤਾਂ ਸਾਨੂੰ ਇੰਸਟੀਟਿਊਟ ਜਾਂ ਕਿਤੇ ਵੀ ਸਾਨੂੰ ਸਿਖਾਇਆ ਜਾਂਦਾ ਹੈ ਕਿ ਜਿਹੜਾ thesis ਹੈ ਉਹਨੂੰ ਇੱਕ ਸਿੰਪਲ ਵੇ ਦੇ ਵਿੱਚ ਲਿਖ ਦਿਓ let's say I'll discuss the merits and the demerits of this trend in the forthcoming paragraphs या I'll be discussing my viewpoint in the upcoming paragraphs ਇਸ ਤਰ੍ਹਾਂ ਦੀਆਂ ਲਾਈਨਸ ਜਿਹੜੀਆਂ ਸਾਨੂੰ ਕ੍ਰੈਮਡ ਲਾਈਨਸ ਆਪਾਂ ਕਹਿ ਸਕਦੇ ਹਾਂ ਰਟੀਆਂ ਰਟਾਈਆਂ ਲਾਈਨਸ ਹੁੰਦੀਆਂ ਨੇ ਉਹ ਸਾਨੂੰ ਦੇ ਦਿੰਦੇ ਨੇ ਤੇ ਅਸੀਂ ਲਿਖ ਕੇ ਵੀ ਆ ਜਾਂਦੇ ਹਾਂ सो गाइस मैं ये नहीं कह रही ये चीज़ां गलत ने हाउएवर इफ यू आर अ जीटी स्टूडेंट या फिर अकैडमिक दे विच भी अगर तुहाडी रिक्वायरमेंट 7+ दी है इन्ना बैंड स्कोर कदे भी नहीं आएगा ये वालियां लाइन्स लिख के सो योर थीसिस ਨੂੰ ਤੁਸੀਂ ਕੰਸੀਡਰ ਕਰੋ ਐਜ਼ ਦਾ ਬੈਕਬੋਨ ਆਫ ਯੂਰ ਐਸੇ ਇੱਕ ਰੀਡ ਦੀ ਹੱਡੀ ਤੁਸੀਂ ਮੰਨ ਕੇ ਚੱਲੋ ਜਿਹੜਾ ਤੁਹਾਡਾ ਥੀਸਿਸ ਹੈ ਬਿਕਾਜ਼ ਥੀਸਿਸ ਤੋਂ ਹੀ ਐਗਜ਼ਾਮੀਨਰ ਨੂੰ ਫਰਮ ਦਾ ਵੈਰੀ ਫਸਟ ਕਲੀਅਰ ਹੋ ਜਾਏਗਾ what you are going to write inside the essay ਤੁਸੀਂ ਕੀ ਲਿਖਣ ਵਾਲੇ ਹੋ ਥੀਸਿਸ ਤੋਂ ਹੀ ਐਗਜ਼ਾਮੀਨਰ ਨੂੰ ਕਲੀਅਰ ਕੱਟ ਪਤਾ ਲੱਗ ਜਾਏਗਾ what is your view point about the essay ਤੁਸੀਂ ਐਗਰੀ ਕਰ ਰਹੇ ਹੋ ਡਿਸਐਗਰੀ ਕਰ ਰਹੇ ਹੋ ਪਾਰਸ਼ਲ ਐਗਰੀ ਕਰ ਰਹੇ ਹੋ ਜਾਂ ਫਿਰ ਤੁਸੀਂ ਕਿਸ ਤਰ੍ਹਾਂ ਦੇ ਪੁਆਇੰਟਸ ਲਿਖਣ ਜਾ ਰਹੇ ਹੋ ਇਨ ਯੂਰ ਐਂਟਾਇਰ ਐਸੇ ਹੈ ਨਾ ਉਹ ਚੀਜ਼ਾਂ ਵੀ ਤੁਹਾਨੂੰ ਥੀਸਿਸ ਹੀ ਦੱਸੇਗਾ ਕਿਸ ਨੂੰ ਐਗਜ਼ਾਮੀਨਰ ਦੇ ਨੂੰ ਥਰਡ ਥੀਸਿਸ ਇਜ਼ ਦਾ ਓਨਲੀ ਥਿੰਗ ਦੇਖੋ ਸਟਾਰਟਿੰਗ ਦੇ ਵਿੱਚ ਅਸੀਂ ਜਨਰਲ ਲਾਈਨ ਲਿਖਾਂਗੇ ਫਿਰ ਪੈਰਾਫਰੇਜ਼ ਕਰਾਂਗੇ ਉਹ ਵਾਲੀ ਚੀਜ਼ ਅਸੀਂ ਸਟੇਟਮੈਂਟ ਨੂੰ ਦੇਖ ਕੇ ਹੀ ਲਿਖਦੇ ਹਾਂ ਬਟ ਵੈਨ ਇਟ ਕਮਸ ਟੂ ਥੀਸਿਸ ਤੁਹਾਡਾ ਇੰਪ੍ਰੈਸਿਵ ਹੋਣਾ ਬਹੁਤ ਜ਼ਰੂਰੀ ਹੈ ਬਿਕਾਜ਼ ਉਹ ਤੋਂ ਹੀ ਤੁਹਾਡਾ ਇੱਕ ਇੰਪ੍ਰੈਸ਼ਨ ਇੱਕ ਪੋਜ਼ਿਟਿਵ ਇੰਪ੍ਰੈਸ਼ਨ ਬਿਲਡ ਹੋ ਜਾਂਦਾ ਐਗਜ਼ਾਮੀਨਰ ਦੇ ਮਾਈਂਡ ਤੇ ਫਿਰ ਉਹ ਉਸ ਵੇ ਦੇ ਨਾਲ ਹੀ ਤੁਹਾਡਾ ਚੈਕਿੰਗ ਕਰਦਾ ਉਸ ਵੇ ਦੇ ਨਾਲ ਹੀ ਤੁਹਾਨੂੰ ਬੈਂਡ ਸਕੋਰ ਦਿੰਦਾ ਐਂਡ ਦੇ ਵਿੱਚ ਠੀਕ ਹੈ ਦੋ ਚੀਜ਼ਾਂ ਅਸੀਂ ਇਹ ਡਿਸਕਸ ਕਰਾਂਗੇ ਥਰਡ ਇੰਪੋਰਟੈਂਟ ਥਿੰਗ ਵਿਚ ਵੀ ਆਰ ਗੋਇੰਗ ਟੂ ਡਿਸਕਸ ਇਜ਼ what is the difference between मैं दो ऐसे स्टेटमेंट्स आज चूज कीतियां ने फर्स्ट विल डिस्कस बोथ व्यूज मतलब दो व्यूज ਦੀ ਅਸੀਂ ਗੱਲ ਕਰਾਂਗੇ ਤੇ ਸੈਕੰਡ ਦੀ ਅਸੀਂ ਡਿਸਕਸ ਕਰਾਂਗੇ ਜਦੋਂ ਸੇਮ ਸਟੇਟਮੈਂਟ ਦੇ ਪਿੱਛੇ ਲੱਗ ਜੇ ਗਿਵ ਯੋਰ ਓਪੀਨੀਅਨ व्हेन ਐਗਜ਼ਾਮੀਨਰ ਆਸਕਸ ਅਬਾਊਟ ਆਰ ਓਪੀਨੀਅਨ ਉਹਨੂੰ ਜਿਹੜੀ ਤੁਹਾਡੀ ਥੀਸਿਸ ਹੈ ਜਾਂ ਇੰਟਰੋ ਹੈ ਜਾਂ ਪੂਰਾ ਐਸਏ ਕਿਸ ਤਰੀਕੇ ਨਾਲ ਚੇਂਜ ਹੋ ਜਾਏਗਾ ਕਿਸ ਤਰੀਕੇ ਨਾਲ ਮੋਲਡ ਹੋ ਜਾਏਗਾ ਕਿਸ ਤਰੀਕੇ ਦੀ ਟਾਸਕ ਅਚੀਵਮੈਂਟ ਤੁਹਾਨੂੰ ਕਰਨੀ ਪਏਗੀ ਸੋ ਦੈਟ ਯੂ ਕੁਡ ਅਚੀਵ ਯੋਰ ਫੁੱਲ ਬੈਂਡ ਸਕੋਰ clear so eight तीन चीज़ें ਅਸੀਂ डिस्कस ਕਰਨ ਵਾਲੇ ਹਾਂ so without wasting any time let's get started okay let's have a look on this statement एक first statement है it's number 1 see some people think spending a lot on birthday celebration and weddings is a waste of money ਹੁਣ ਕੁਝ ਲੋਕਾਂ ਦੇ ਅਕੋਰਡਿੰਗ ਬਹੁਤ ਲੋਕ ਇਹ ਸੋਚਦੇ ਨੇ ਜਾਂ ਇੱਕ ਬਾਉਂਟੀਫੁਲ ਮੁੱਠੀ ਪਰ ਲੋਕ ਇਹ ਸੋਚਦੇ ਨੇ ਕਿ ਜਿਹੜਾ ਪੈਸਾ ਖਰਚ ਹੁੰਦਾ ਹੈ ਅੱਜ ਕੱਲ ਬਰਥਡੇ ਸੈਲੀਬ੍ਰੇਸ਼ਨ ਤੇ ਮਤਲਬ ਕਿਸੇ ਦਾ ਬਰਥਡੇ ਆ ਗਿਆ ਉਹ ਸੈਲੀਬ੍ਰੇਟ ਕਰ ਲਓ ਜਾਂ ਫਿਰ ਵੈਡਿੰਗਸ ਨੇ ਕਿਸੇ ਦਾ ਵਿਆਹ ਔਰ ਮੈਰਿਜ ਹੈ ਉਹਨੂੰ ਸੈਲੀਬ੍ਰੇਟ ਕਰ ਲਓ ਉਹ ਕੀ ਹੈ ਇਸ ਕੰਸੀਡਰਡ ਐਜ਼ ਵੇਸਟ ਆਫ ਮਨੀ ਮਤਲਬ ਜਿਹੜਾ ਇਸ ਸੈਲੀਬ੍ਰੇਸ਼ਨ ਤੇ ਅਸੀਂ ਪੈਸਾ ਖਰਚਾ ਕਰਦੇ ਆ ਨਾ ਇਹਨਾਂ ਫालतू ਪੈਸਾ ਖਰਚਾ ਕਰਦੇ ਆ ਕੁਝ ਲੋਕ ਕਹਿੰਦੇ ਨੇ that is totally a waste of money मतलब पैसे ਦੀ ਪੂਰੀ ਬਰਬਾਦੀ ਹੋ ਰਹੀ ਹੈ on the other hand or others think that it is important दूसरे लोग ये कहते हैं कि बहुत ज़्यादा ज़रूरी है बहुत सिग्निफिकेंट रोल प्ले करता है किदे लिए फॉर यंग पीपल फॉर यंगस्टर्स दे लिए यंग यूथ जनरेशन दे लिए एंड सोसाइटी ते सोसाइटी दे लिए ठीक है हुण दो व्यूज़ हो गए एक साइड ते लोग कह रहे हैं जिहड़ा पैसा खर्च होंदा ऑन द वेडिंग्स एंड बर्थडे पार्टीज इज टोटली अ वेस्टेज ऑफ मनी दूसरी साइड ते लोग कह रहे हैं इट इज़ वेरी इंपॉर्टेंट इट इज़ वेरी क्रूशियल फॉर द यूथ एंड द सोसाइटी वी हैव टू डिस्कस बोथ व्यूज़ हुण देखो सब तो पहला ਜਦੋਂ ਵੀ ਐਸੇ ਸਟੇਟਮੈਂਟ ਆਉਂਦੀ ਹੈ ਨਾ ਮੈਂ ਹਮੇਸ਼ਾ ਕਹਿੰਦੀ ਹਾਂ ਗਾਇਜ਼ ਰੀਡ ਇਟ ਟਵਾਈਸ ਜਦੋਂ ਇਹਨੂੰ ਦੋ ਵਾਰ ਪੜੋਗੇ ਫਿਰ ਹੀ ਚੀਜ਼ਾਂ ਕਲੀਅਰ ਹੋਣਗੀਆਂ ਫਿਰ ਹੀ ਟਾਸਕ ਅਚੀਵਮੈਂਟ 'ਚ ਤੁਸੀਂ ਫੁੱਲ ਔਨ ਫੁੱਲ ਸਕੋਰ ਕਰ ਸਕਦੇ ਹੋ ਟਾਸਕ ਅਚੀਵਮੈਂਟ ਤੁਹਾਨੂੰ ਪਤਾ ਹੈ ਨਾ ਇਸ ਦਾ ਮਾਰਕਿੰਗ ਕ੍ਰਾਈਟੇਰੀਆ ਅਗਰ ਤੁਸੀਂ ਮਾਰਕਿੰਗ ਕ੍ਰਾਈਟੇਰੀਆ ਤੁਹਾਨੂੰ ਨਹੀਂ ਪਤਾ ਮੈਂ ਆਲਰੇਡੀ ਇੱਕ ਵੀਡੀਓ ਬਣਾ ਚੁੱਕੀ ਹਾਂ ਹੇਅਰ ਇਜ਼ ਦਾ ਲਿੰਕ ਉਸ ਨੂੰ ਦੇਖ ਲਓ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਫਾਈਨ
ਹੁਣ देखो ਆਪਾਂ ਸਟਾਰਟ ਕਰਾਂਗੇ ਇੱਕ ਇੰਟਰੋਡਕਸ਼ਨ ਦੇ ਵਿੱਚ ਸਾਨੂੰ ਫਿਰ ਪਤਾ ਤਿੰਨ ਚੀਜ਼ਾਂ ਅਸੀਂ ਲਿਖਦੀਆਂ देयर आर 3 रूल। ਸਭ ਤੋਂ ਪਹਿਲਾਂ ਅਸੀਂ ਦਿੰਨੇ ਹੁੰਦੇ ਆ ਆਪਣੀ ਜਨਰਲ ਲਾਈਨ ਹੈ ਨਾ, ਜਨਰਲ ਸਟੇਟਮੈਂਟ ਦੇ ਦਿੰਨੇ ਆ। ਸੈਕਿੰਡ ਇਜ਼ ਪੈਰਾਫਰੇਜ਼, ਅਸੀਂ ਪੈਰਾਫਰੇਜ਼ ਕਰ ਦਿੰਦੇ ਆ ਜਿਹੜੀ ਵੀ ਸਾਨੂੰ ਸਟੇਟਮੈਂਟ ਪੁੱਛੀ ਗਈ ਹੈ ਉਸ ਨੂੰ ਹੀ ਮੀਨਸ ਆ ਜਿਹੜਾ ਪੁੱਛਿਆ ਉਹਨੂੰ ਅਸੀਂ ਆਪਣੀ ਵਰਡਿੰਗ ਦੇ ਵਿੱਚ ਪੈਰਾਫਰੇਜ਼ ਕਰ ਦਾਂਗੇ। ਐਂਡ ਥਰਡ ਤੇ ਅਸੀਂ ਪ੍ਰੋਵਾਈਡ ਕਰਦੇ ਹਾਂ ਥੀਸਿਸ ਕੀ ਚੀਜ਼ ਹੁੰਦੀ ਹੈ ਜਿਹਦੇ ਵਿੱਚ ਅਸੀਂ ਲਿਖ ਕੇ ਇਹ ਦੱਸਦੇ ਹਾਂ ਕਿ ਬਾਕੀ ਐਸੇ ਦੇ ਵਿੱਚ ਅਸੀਂ ਕੀ ਲਿਖਣ ਵਾਲੇ ਆ। ਮੀਨਸ BP1 ਦੇ ਵਿੱਚ ਅਸੀਂ ਕੀ ਲਿਖਾਂਗੇ ਐਂਡ BP2 ਦੇ ਵਿੱਚ ਅਸੀਂ ਕੀ ਲਿਖਣ ਜਾ ਰਹੇ ਹਾਂ। ਕਲੀਅਰ? ਹੁਣ ਇਹ ਵਾਲੇ ਐਸੇ ਨੂੰ ਦੇਖੋ, ਇਹਨੂੰ ਤੁਸੀਂ ਧਿਆਨ ਨਾਲ ਸਮਝੋ, ਵੈਰੀ ਪ੍ਰੀਸਾਈਜ਼ਲੀ ਯੂ ਹੈਵ ਟੂ ਵਾਚ, ਯੂ ਹੈਵ ਟੂ ਨੋਟਿਸ ਦ ਡਿਫਰੈਂਸ ਕਿ ਤੁਸੀਂ ਕਿਵੇਂ ਲਿਖਦੇ ਹੋ ਔਰ ਮੈਂ ਕਿਵੇਂ ਲਿਖਿਆ ਹੈ ਨਾ, ਜਾਂ ਫਿਰ ਡਿਫਰੈਂਸ ਤੁਸੀਂ ਨੋਟ ਕਰੋ। ਇੱਕ 6.5 ਦਾ ਐਸੇ ਅਗਰ ਤੁਸੀਂ ਲਿਖਦੇ ਹੋ ਕਿਸ ਤਰ੍ਹਾਂ ਹੁੰਦਾ, 7 ਔਰ 7+ ਦੇ ਲਈ ਤੁਹਾਨੂੰ ਕੀ ਰਿਕੁਆਇਰਮੈਂਟ ਨੇ, ਵਾਟ ਐਗਜ਼ਾਮੀਨਰ ਵਾਂਟਸ, ਉਹ ਚੀਜ਼ਾਂ ਦਾ ਧਿਆਨ ਰੱਖੋ। ਲੈਟਸ ਸੀ indubitably these days, indubitably ਹੁੰਦਾ ਬਿਨਾਂ ਕਿਸੇ ਸ਼ੱਕ ਤੋਂ, undoubtedly, inevitably these days ਅੱਜ ਕੱਲ, ਜਾਂ ਫਿਰ in the modern era, in the contemporary era ਵੀ ਤੁਸੀਂ ਲਿਖ ਸਕਦੇ ਹੋ। it is in vogue, ਇਹ ਫੈਸ਼ਨ ਦੇ ਵਿੱਚ ਹੈ, ਇਹ ਟ੍ਰੈਂਡ ਦੇ ਵਿੱਚ ਹੈ, to disburse loads of capital only to celebrate special occasions। ठीक है, डिस्पर्स होना स्पेंड करना मतलब खर्चा करना, है बहुत ज्यादा ट्रेंड दे विच है। लॉर्ड्स ऑफ कैपिटल मतलब बहुत ज्यादा पैसा, बहुत ज्यादा मनी खर्च करना की करन दे लई, सेलिब्रेट करन दे लई स्पेशल ओकेजन्स मींस लेट्स से या बर्थडेज, वेडिंग्स और मैरिजेस या कोई फंक्शन कुछ भी हो सकता है। क्लियर? ਹੁਣ ਦੇਖੋ मैं जो एक जनरल स्टेटमेंट बनाई मैं ਉਹਦੇ ਵਿੱਚ ਕੋਈ भी वर्ड्स ਦੀ repetition नहीं की। wide range of vocabulary I have used, let's say indubitably I have used loss of capital, disperse, vogue, special occasions। ਇਹ ਚੀਜ਼ਾਂ ਬਹੁਤ इंपॉर्टेंट रोल प्ले करਦੀਆਂ ਨੇ गाइस। ਇਹੀ ਚੀਜ਼ਾਂ ਤੁਸੀਂ ਸਿੱਖਣੀਆਂ ਨੇ if you are aiming to achieve 7 or 7+ in writing module। clear? okay, ਜਨਰਲ ਸਟੇਟਮੈਂਟ ਕਲੀਅਰ ਹੈ। ਨੈਕਸਟ ਇਜ਼ ਪੈਰਾਫਰੇਜ਼ਿੰਗ। ਹੁਣ ਇਹ ਚੀਜ਼ ਨੂੰ ਅਸੀਂ ਪੈਰਾਫਰੇਜ਼ ਕਿਵੇਂ ਕਰ ਸਕਦੇ ਹਾਂ, ਸਾਨੂੰ ਪਤਾ ਹੈ, ਮੇਰੇ ਮਾਈਂਡ ਦੇ ਵਿੱਚ ਕਲੀਅਰ ਹੋ ਗਿਆ ਬਿਕਾਜ਼ ਮੈਂ ਐਸੇ ਸਟੇਟਮੈਂਟ ਆਲਰੇਡੀ ਕਲੀਅਰ ਕਰ ਲਈ, 2 ਵਾਰ ਪੜ੍ਹ ਲਈ। ਕੁਝ ਲੋਕ ਸੋਚਦੇ ਹੈ पैसा ओकेजन्स से खर्च करना वेस्ट ऑफ मनी है, कुछ लोग सोचते हैं इंपॉर्टेंट है फॉर द यूथ एंड द सोसाइटी। नाउ एक्सटेंडिंग ह्यूज सम्स ऑफ मनी, एक्सटेंडिंग, डिसबर्सिंग और स्क्वांडरिंग भी तुसी कह सकते हो, बहुत ज्यादा पैसा खर्च करना ऑन फैमिली फंक्शंस के ऊपर इज प्रिज्यूम्ड एज वेस्ट ऑफ रिसोर्सेज बाय फ्यू इंडिविजुअल्स। ये मन्निया जाता है कुछ लोगों के द्वारा, उन्हें सम पीपल क्या सी मैं यूज किया फ्यू इंडिविजुअल्स के द्वारा यह मन्निया जाता है कि जो बहुत ज्यादा पैसा असीं खर्च करते हैं दैट इज वेस्ट ऑफ मनी, है ना। देखो मैं इनू ना पैसिव वॉइस दे विच करता इज प्रिज्यूम्ड एज, है ना, इस तरीके नाल तुसीं प्ले करना है। हाउएवर, लेकिन और बट भी तुसीं यूज कर सकते हैं, बट हाउएवर ज़्यादा इफेक्टिव होएगा। फॉर अदर्स सच सैलीब्रेशंस आर सिग्निफिकेंट, दूसरे लोगों के लिए यह सैलीब्रेशंस ने जेडे बहुत ज़्यादा इंपॉर्टेंट ने, सिग्निफिकेंट ने in terms of improvising the relationships। देखो हुण उन्होंने क्या यंग पीपल ते सोसाइटी लिए यही इंपॉर्टेंट ने। हुण एक सैलीब्रेशन इंपॉर्टेंट किवें हो सकती है, मैं थीसिस दे विच ही अपना वन व्यू पॉइंट उन्होंने शो करता दैट इज इंप्रोवाइजिंग द रिलेशनशिप्स, एंड मैं एदे विच भी अपना एक व्यू पॉइंट शो करता दैट इज वेस्टेज ऑफ रिसोर्सेज। क्लियर? ओके, ਇਹਦੇ ਵਿੱਚ ਹੁਣ ਤੁਸੀਂ ਪੜ੍ਹ ਕੇ ਇਹ ਦੇਖਿਆ ਹੋਣਾ ਕਿ ਮੈਮ ਨੇ ਜਨਰਲ ਸਟੇਟਮੈਂਟ ਤਾਂ ਲਿਖਤੀ, ਪੈਰਾਫਰੇਜ਼ ਵੀ ਕਰਤਾ, ਬਟ ਵੇਅਰ ਇਜ਼ ਦ ਥੀਸਿਸ, ਹੈ ਨਾ guys। for especially for the GT students you have to inculcate this technique that you have to play with these things like paraphrasing ਤੇ thesis ਨੂੰ ਤੁਸੀਂ collectively ਵੀ ਲਿਖ ਸਕਦੇ ਹੋ। अगर तुसी एम कर रहे हो 7 और 7+, अगर इहदी बजाय तुसी लिख के आओगे इन द फोर्थ कमिंग, इन द अपकमिंग या कुछ भी तुसी फॉलोइंग पैराग्राफ्स, फिर 7+ नहीं आउणगे। इस तरह तुसी लिखना सीखना है। मैं देखो इत्थे की कीता, मैं पैराफ्रेज भी किया, पैराफ्रेज करन दे नाल नाल मैं ये भी दसदा कि मेरे नीचे व्यू पॉइंट्स की होणगे। हुण इत्थों तुसी की चीज़ सीखी, जदों भी तुसी इस तरीके नाल थीसिस लिख के आओगे उत्थे तुसी की करना है, ਜਿਹੜੇ ਤੁਹਾਡੇ ਵਿਊ ਪੁਆਇੰਟਸ ਹੋਣਗੇ ਨਾ, ਤੁਸੀਂ BP1 ਦੇ ਵਿੱਚ ਮੀਨਸ ਤੁਸੀਂ 1 ਤੇ 2 ਲਿਖਣ ਵਾਲੇ ਹੋ, ਤੇ BP2 ਦੇ ਵਿੱਚ ਤੁਸੀਂ 1 ਤੇ 2 ਲਿਖਣ ਵਾਲੇ ਹੋ। ਇਹਦੇ ਵਾਲਾ ਫਸਟ ਪੁਆਇੰਟ ਤੇ ਇਹਦੇ ਵਾਲਾ ਫਸਟ ਪੁਆਇੰਟ ਤੁਸੀਂ ਇੱਥੇ ਹੀ ਹਲਕਾ ਐਕਸਪਲੇਨ ਕਰ ਦਿਓ, ਸੋ ਦੈਟ ਐਗਜ਼ਾਮੀਨਰ ਦਾ ਉਤੋਂ ਹੀ ਮਾਈਂਡ ਸੈਟ ਹੋ ਜੇ ਕਿ ਬੱਚਾ ਅੱਗੇ ਕੀ ਲਿਖਣ ਵਾਲਾ ਹੈ। क्लियर? ਉਹਨੂੰ ਪਤਾ ਲੱਗ ਗਿਆ ਕਿ ਮੈਂ BP1 ਦੇ ਵਿੱਚ ਸਟਾਰਟਿੰਗ ਕਰੂੰਗੀ ਫਰਮ ਦਾ ਵੇਸਟੇਜ ਆਫ ਰਿਸੋਰਸਿਸ, ਤੇ BP2 ਦੀ ਜਿਹੜੀ ਮੈਂ ਸਟਾਰਟਿੰਗ ਆ ਕਰੂੰਗੀ ਇੰਪਰੋਵਾਈਜ਼ਿੰਗ ਰਿਲੇਸ਼ਨਸ਼ਿਪਸ ਤੋਂ, ਮਤਲਬ ਉਹਨੂੰ ਮੈਂ ਨੈਗੇਟਿਵ ਦੇ ਵਿੱਚ ਲਿਖੂੰਗੀ BP1 1, BP2 ਆਈ ਐਮ ਗੋਇੰਗ ਟੂ ਰਾਈਟ ਇਨ ਅ ਪੋਜ਼ਿਟਿਵ ਵੇ। क्लियर? So this was the effective introduction for discuss both views। जब उन्होंने पूछा discuss both views, now we'll see ਜਦੋਂ same essay ਦੇ ਵਿੱਚ statement same आई, discuss both views ही ਤੁਸੀਂ ਕਰਨੇ ਸੀ, but end ਤੇ ਉਹਨੇ ਲਿਖਤਾ give your opinion। ਹੁਣ ਦੇਖੋ difference ਕਿੱਥੇ ਹੈ,
ਜੇ ਤੁਸੀਂ ਉਹਦੇ ਵਿੱਚ ਗਿਵ ਯੋਰ ਓਪੀਨੀਅਨ ਦਾ ਆਨਸਰ ਨਹੀਂ ਕਰਕੇ ਆਓਗੇ ਗਾਇਸ, ਟਾਸਕ ਅਚੀਵ ਦੇ ਬੈਂਡ ਸਕੋਰ ਕਦੇ ਵੀ ਨਹੀਂ ਆਏਗਾ। ਓਕੇ, ਸੋ ਲੈਟਸ ਸੀ ਗਿਵ ਯੋਰ ਓਪੀਨੀਅਨ ਵਾਲੇ ਨੂੰ ਅਸੀਂ ਕਿਸ ਤਰ੍ਹਾਂ ਆਨਸਰ ਕਰਾਂਗੇ ਗਾਇਸ। ਸੇਮ ਸਟੇਟਮੈਂਟ ਹੈ ਉਹੀ ਵਾਲੀ, this is the second ਆਪਾਂ ਮੰਨ ਸਕਦੇ ਹਾਂ that some people think spending lot on birthday parties and weddings ਤੇ waste of money ਹੈ, ਤੇ ਦੂਸਰੇ ਲੋਕਾਂ ਦੇ ਲਈ ਉਹ important ਹੈ for the young generations and the society। discuss both views, दोनों views ਨੂੰ discuss करना, but here we have to present our opinion। examiner has asked give your opinion, ਇਹ ਚੀਜ਼ ਬਹੁਤ important role play ਕਰਦੀ ਹੈ। ਇੱਥੇ ਹੀ ਤੁਸੀਂ ਧਿਆਨ ਦੇਣਾ ਹੈ, ਫਰਸਟ ਵਾਲੇ ਐਸੇ ਦੇ ਵਿੱਚ ਇਹ ਨਹੀਂ ਸੀਗਾ there was no opinion, ਤਾਂ ਅਸੀਂ ਆਲਰੇਡੀ ਉਸ ਤਰ੍ਹਾਂ ਵਿਊਜ਼ ਨੂੰ ਲਿਖਣ ਲੱਗੇ ਸੀ, ਬਟ ਇੱਥੇ ਆ ਗਿਆ ਗਿਵ ਯੋਰ ਓਪੀਨੀਅਨ। ਹੁਣ ਸਾਨੂੰ ਆਪਣਾ ਓਪੀਨੀਅਨ ਮੈਂਸ਼ਨ ਕਰਨਾ ਪਏਗਾ ਹਰ ਇੱਕ ਚੀਜ਼ ਦੇ ਵਿੱਚ। ਆਈ ਰਿਕਮੈਂਡ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਵੀ ਉਹਨੂੰ ਕਲੀਅਰ ਕਰ ਦਿਓ ਕਿ ਤੁਹਾਡਾ ਓਪੀਨੀਅਨ ਕੀ ਹੈ, ਤੁਸੀਂ ਕਿਸ ਸਾਈਡ ਤੇ ਹੋ। ਸੈਕਿੰਡ, ਤੁਸੀਂ ਬੀਪੀਜ਼ ਦੇ ਵਿੱਚ ਵੀ ਆਪਣਾ ਓਪੀਨੀਅਨ ਲਿਖ ਸਕਦੇ ਹੋ, ਜਾਂ ਫਿਰ ਬੀਪੀ 1 ਨੂੰ ਤੁਸੀਂ ਦੂਸਰੇ ਲੋਕਾਂ ਦੇ ਅਕੋਰਡਿੰਗ ਲਿਖੋ, ਬੀਪੀ 2 ਨੂੰ ਤੁਸੀਂ ਲਿਖੋ ਜਿਹਦੀ ਫੇਵਰ ਦੇ ਵਿੱਚ ਤੁਸੀਂ ਹੋ, ਤੇ ਉਹਦੇ ਵਿੱਚ ਹੀ ਆਪਣਾ ਓਪੀਨੀਅਨ ਮੈਂਸ਼ਨ ਕਰ ਦਿਓ। ਕਲੀਅਰ, ਇਹ ਬਹੁਤ ਇੰਪੋਰਟੈਂਟ ਹੈ। ਯੈਸ ਗਾਇਸ, ਇਹ ਵਾਲੇ ਜਿਹੜੇ ਗਿਵ ਯੋਰ ਓਪੀਨੀਅਨ ਦੇ ਐਸੇਸ ਹੁੰਦੇ ਆ, ਇਹਨਾਂ ਨੂੰ ਇੱਕ ਥੋੜਾ ਡਿਫਰੈਂਟ ਵੇ ਦੇ ਨਾਲ ਲਿਖਣਾ ਹੁੰਦਾ। ਐਂਡ ਇਫ ਯੂ ਗਾਇਜ਼ ਵਾਂਟ ਕਿ ਮੈਂ ਇਸ ਤੇ ਫੁੱਲ ਵੀਡੀਓ ਬਣਾਵਾਂ, ਜਾਂ ਫਿਰ ਤੁਸੀਂ ਕੋਚਿੰਗ ਵੀ ਲੈਣਾ ਚਾਹੁੰਦੇ ਹੋ, ਬਿਕੋਜ਼ ਆਈ ਪ੍ਰੋਵਾਈਡ ਆਨਲਾਈਨ ਕੋਚਿੰਗ ਐਜ਼ ਵੈਲ। ਤੁਹਾਡੇ ਬਹੁਤ ਕਮੈਂਟਸ ਆਉਂਦੇ ਆ ਮੈਮ ਆਨਲਾਈਨ ਕੋਚਿੰਗ ਦਾ ਕੀ ਪ੍ਰੋਸੈਸ ਹੈ। here is the WhatsApp number, ਤੁਸੀਂ ਇਸ ਤੇ ਕੰਟੈਕਟ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ for further details and queries। and yes, before moving further, ਜੇ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ, ਪਲੀਜ਼ ਡੂ ਸਬਸਕ੍ਰਾਈਬ ਇਟ ਰਾਈਟ ਨਾਓ, ਸੋ ਦੈਟ ਮੈਨੂੰ ਵੀ ਮੋਟੀਵੇਸ਼ਨ ਮਿਲ ਸਕੇ ਮੈਂ ਵੀਡੀਓ ਹੋਰ ਵੀਡੀਓਜ਼ ਬਣਾਵਾਂ, ਹੈ ਨਾ। ਓਕੇ, ਦੇਖੋ ਹੁਣ ਜਿਹੜੀ ਇਹਦੀ ਜਨਰਲ ਸਟੇਟਮੈਂਟ ਬਣੇਗੀ ਉਹ ਓਬਵੀਅਸਲੀ ਸੇਮ ਹੀ ਬਣ ਜਾਏਗੀ, ਬਿਕਾਜ਼ ਐਸੇ ਕਿਸ ਚੀਜ਼ ਤੇ ਸੈਲੀਬ੍ਰੇਸ਼ਨ ਤੇ ਅਸੀਂ ਇਹੀ ਲਿਖਣਾ ਹੈ ਕਿ ਅੱਜ ਕੱਲ੍ਹ ਜਿਹੜਾ ਸੈਲੀਬ੍ਰੇਸ਼ਨਸ ਹੋ ਰਹੀਆਂ ਨੇ, ਫੈਮਿਲੀ ਫੰਕਸ਼ਨਸ ਤੇ ਹੋ ਰਹੀਆਂ ਨੇ, ਉਹਨਾਂ ਦੇ ਬਹੁਤ ਜ਼ਿਆਦਾ ਪੈਸਾ ਖਰਚਿਆ ਜਾਂਦਾ। ਦੇਖੋ ਇਨਡਿਊਬਿਟੇਬਲੀ ਥੀਸ ਡੇਜ਼ ਇਟ ਇਜ਼ ਇਨ ਵੋਗ, ਫੈਸ਼ਨ ਦੇ ਵਿੱਚ ਹੈ, ਟ੍ਰੈਂਡ ਦੇ ਵਿੱਚ ਹੈ to disburse lots of capital only to celebrate special occasions। ਬਹੁਤ ਜ਼ਿਆਦਾ ਪੈਸਾ ਖਰਚਿਆ ਜਾਂਦਾ ਸਿਰਫ ਔਰ ਸਿਰਫ ਸਪੈਸ਼ਲ ਓਕੇਜਨਸ, let's say family functions, parties, marriages or weddings, ਇਹਨਾਂ ਨੂੰ ਸੈਲੀਬ੍ਰੇਟ ਕਰਨ ਤੇ ਪੈਸਾ ਖਰਚਿਆ ਜਾਂਦਾ। ਜਨਰਲ ਸਟੇਟਮੈਂਟ ਸਾਡੀ ਸੇਮ ਰਹੀ, ਲੇਕਿਨ ਉਸ ਤੋਂ ਬਾਅਦ ਅਸੀਂ ਜੋ ਵੀ ਲਿਖਾਂਗੇ ਉਹਦੇ ਵਿੱਚ ਸਾਡੇ ਚੇਂਜਸ ਆਉਣਗੇ। ਉਹ ਅਸੀਂ ਡਿਸਕਸ ਬੋਥ ਵਿਊਜ਼ ਜਿਹੜੀ ਫਰਸਟ ਟਾਈਪ ਸੀ ਉਹਦੇ ਵਾਂਗੂ ਨਹੀਂ ਲਿਖ ਸਕਦੇ, ਬਿਕਾਜ਼ ਹੇਅਰ ਵੀ ਹੈਵ ਟੂ ਪ੍ਰੈਜ਼ੈਂਟ ਆਰ ਓਪੀਨੀਅਨ ਐਜ਼ ਵੈਲ। ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਗਾਇਜ਼। ਓਕੇ, ਦੇਖੋ it is presumed by few individuals, ਬਹੁਤ ਜ਼ਿਆਦਾ ਲੋਕਾਂ ਦੁਆਰਾ ਇਹ ਮੰਨਿਆ ਜਾਂਦਾ, ਇਹ presume ਕੀਤਾ ਜਾਂਦਾ, believe ਕੀਤਾ ਜਾਂਦਾ that lavishing huge sums of money on family functions, ਬਹੁਤ ਜ਼ਿਆਦਾ ਲੋਕ ਇਹ ਕਹਿੰਦੇ ਨੇ lavish ਮਤਲਬ spend ਕਰਨਾ, extend ਕਰਨਾ, ਖਰਚਾ ਕਰਨਾ ਬਹੁਤ ਜ਼ਿਆਦਾ ਪੈਸਾ family functions ਤੇ might be wastage of resources, ਉਹ resources ਦੀ wastage ਹੈ। ਹੁਣ ਦੇਖੋ ਪਹਿਲਾਂ ਵਾਲੀ ਦੇ ਵਿੱਚ ਵੀ ਮੈਂ ਆਪਣਾ ਆਈਡੀਆ ਇਹੀ ਰੱਖਿਆ ਸੀ ਕਿ ਵੇਸਟੇਜ ਆਫ ਰਿਸੋਰਸਿਸ ਹੈ, ਬਟ ਇੱਥੇ ਮੈਂ ਕਿਸ ਚੀਜ਼ ਦੇ ਨਾਲ ਪਲੇ ਕੀਤਾ ਵਿਦ ਦਾ ਮੋਡਲਸ। ਯੈਸ, ਮੈਂ ਇੱਥੇ ਲਗਾਤਾ ਮਾਈਟ ਬੀ, ਮਤਲਬ ਮੈਂ ਇੱਕ ਪੋਸਿਬਿਲਿਟੀ ਸ਼ੋ ਕਰਤੀ ਕਿ ਜਿਹੜੇ ਦੂਸਰੇ ਲੋਕ ਨੇ, ਸਮ ਪੀਪਲ ਨੇ, ਉਹ ਕੀ ਕਹਿ ਰਹੇ ਨੇ, ਉਹਨਾਂ ਦੇ ਅਕੋਰਡਿੰਗ ਇੰਨਾ ਪੈਸਾ ਖਰਚਾ ਕਰਨਾ ਸੈਲੀਬ੍ਰੇਟ ਕਰਨ ਦੇ ਫੈਮਿਲੀ ਫੰਕਸ਼ਨਸ ਨੂੰ ਹੋ ਸਕਦਾ ਹੈ, ਮਾਈਟ ਬੀ ਪੋਸਿਬਿਲਿਟੀ ਸ਼ੋ ਕਰਤੀ ਵੇਸਟੇਜ ਆਫ ਮਨੀ, ਵੇਸਟੇਜ ਆਫ ਰਿਸੋਰਸਿਸ ਉਹ ਹੋ ਸਕਦਾ ਹੈ। ਹਾਊਐਵਰ, ਲੇਕਿਨ ਉਹਨਾਂ ਨੇ ਓਪੀਨੀਅਨ ਪੁੱਛਿਆ, ਆਈ ਅਲੋਂਗ ਵਿਦ ਅਦਰਸ, ਮੇਰਾ ਓਪੀਨੀਅਨ ਮੈਂ ਦੱਸਦੀ ਹਾਂ, ਮੇਰਾ ਓਪੀਨੀਅਨ ਦੂਸਰੇ ਲੋਕਾਂ ਦੇ ਨਾਲ ਹੈ। ਦੂਸਰੇ ਲੋਕ ਕਿਹੜੇ ਨੇ, ਜਿਹੜੇ ਇਹਦੀ ਫੇਵਰ 'ਚ ਨੇ, ਜਿਹੜੇ ਕਹਿ ਰਹੇ ਨੇ ਇਹ ਇੰਪੋਰਟੈਂਟ ਹੈ, ਜਿਹੜੇ ਕਹਿ ਰਹੇ ਨੇ ਸਿਗਨੀਫਿਕੈਂਟ ਹੈ ਫॉर द ਯੰਗ ਐਂਡ ਦ ਸੋਸਾਇਟੀ। ਤਾਂ ਮੈਂ ਇੱਥੇ ਹੀ ਆਪਣਾ ਓਪੀਨੀਅਨ ਸ਼ੋ ਕਰਤਾ, ਜਦੋਂ ਆਈ ਆ ਗਿਆ, ਆਈ ਅਲੋਂਗ ਵਿਦ ਅਦਰਸ, ਦੂਸਰੇ ਲੋਕਾਂ ਦੇ ਨਾਲ ਹੀ ਮੈਂ ਆਪਣਾ ਓਪੀਨੀਅਨ ਸ਼ੋ ਕਰਤਾ। ਸਟਰੋਂਗਲੀ ਪਰਸੀਵ, ਸੌਰੀ ਕਾਮਨ ਨਹੀਂ ਆਏਗਾ, I along with others strongly perceive, है ना, perceive ਜਿਵੇਂ ਇੱਥੇ presume use ਕੀਤਾ ਸੀ, ਉੱਥੇ ਮੈਂ perceive use ਕਰ ਲਿਆ, interchange ਵੀ ਕਰ ਸਕਦੇ ਹੋ, believe, ponder ਇਹ ਚੀਜ਼ਾਂ ਵੀ ਲਿਖ ਸਕਦੇ ਹੋ। ਮੈਂ ਦੂਸਰੇ ਲੋਕਾਂ ਦੇ ਨਾਲ ਇਹ ਸੋਚਦੀ ਹਾਂ such celebrations, ਇਹ ਵਾਲੇ ਜਿਹੜੇ celebrations ਨੇ are indeed significant, ਸੱਚੀ ਦੇ ਵਿੱਚ significant ਨੇ, ਸੱਚੀ ਦੇ ਵਿੱਚ important ਨੇ in terms of improvising the relationships, ਜਿਹੜੇ relationships ਨੇ ਇੱਕ ਦੂਜੇ ਦੇ ਨਾਲ, ਸਾਡੇ ਸੰਬੰਧ ਨੇ, ਸਾਡੇ ਰਿਲੇਸ਼ਨ ਹੁੰਦਾ ਇੱਕ ਦੂਸਰੇ ਦੇ ਨਾਲ, ਉਸ ਚੀਜ਼ ਨੂੰ ਇੰਪਰੂਵ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਸੱਚੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਕਲੀਅਰ ਗਾਇਸ, ਇਹੀ ਚੀਜ਼ ਮੈਂ ਤੁਹਾਨੂੰ ਸਮਝਾਉਣੀ ਸੀ, ਇਹੀ ਮੇਨ ਮੋਟਿਵ ਹੈ ਇਸ ਵੀਡੀਓ ਦਾ। ਇੱਕ ਤਾਂ ਕਿ ਥੀਸਿਸ ਤੁਸੀਂ ਕਿਸ ਤਰ੍ਹਾਂ ਲਿਖਣਾ, ਹਮੇਸ਼ਾ always keep in mind thesis is the backbone of any essay। ਜਦੋਂ ਵੀ ਥੀਸਿਸ ਲਿਖਦੇ ਹੋ ਬਹੁਤ ਵਧੀਆ ਤਰੀਕੇ ਨਾਲ ਇਫੈਕਟਿਵ ਥੀਸਿਸ ਬਣਾਇਆ ਕਰੋ, ਸੋ ਦੈਟ ਐਗਜ਼ਾਮੀਨਰ ਨੂੰ ਕਲੀਅਰ ਕੱਟ ਉਤੋਂ ਹੀ ਕਲੀਅਰ ਹੋ ਜੇ ਕਿ what you are going to present in the entire essay। ਦੂਸਰਾ ਡਿਫਰੈਂਸ ਕਲੀਅਰ ਕਰਨਾ ਸੀ, ਡਿਸਕਸ ਬੋਥ ਵਿਊਜ਼ ਤੱਕ ਆਉਂਦੇ ਉਹਨੂੰ ਕਿਸ ਤਰ੍ਹਾਂ ਲਿਖ ਕੇ ਆਓ, ਬਟ ਅਗਰ ਉਹਨੇ ਤੁਹਾਡਾ ਓਪੀਨੀਅਨ ਪੁੱਛਿਆ ਫਿਰ ਉਹਨੂੰ ਕਿਸ ਤਰੀਕੇ ਨਾਲ ਲਿਖ ਕੇ ਆਓ। ਫਾਈਨ, ਸੋ ਦੈਟਸ ਆਲ ਫॉर टुडे। आई होप इट इज क्लियर टू यू गाइस। फिर भी जो डाउट्स ने राइट डाउन मी इन द कमेंट सेक्शन।
ਪਲੀਜ਼ ਗਾਇਸ ਸਬਸਕ੍ਰਾਈਬ ਕਰੋ ਚੈਨਲ ਨੂੰ ਐਂਡ ਯੈਸ ਮੈਨੂੰ ਕਮੈਂਟ ਦੇ ਵਿੱਚ ਦੱਸਿਆ ਕਰੋ ਤੁਹਾਨੂੰ ਵੀਡੀਓ ਵਧੀਆ ਲੱਗੀ, ਲਾਈਕ ਕਰਿਆ ਕਰੋ। ਸੁਜੈਸ਼ਨਸ ਵੀ ਤੁਹਾਡੇ ਮੈਂ ਹਮੇਸ਼ਾ ਕੰਸੀਡਰ ਕਰਦੀ ਹਾਂ, ਆਪਣੇ ਸੁਜੈਸ਼ਨਸ ਰਿਕਮੈਂਡੇਸ਼ਨਸ ਵੀ ਦਿਆ ਕਰੋ। ਓਕੇ, ਸੋ ਸਟੇ ਟਿਊਨ ਫॉर मोर अपडेट्स। थैंक यू सो मच, बाय बाय, टेक केयर।